ਮਿੰਟੂ ਜੀ, ਪਿਛਲੇ ਹਫ਼ਤੇ ਇੱਥੇ ਹੀ ਸਵੇਰ ਵਾਲੇ ਸ਼ੋਅ ਦੇ ਆਪਣੇ ਇਸੇ ਪ੍ਰੋਗਰਾਮ ਦੇ ਵਿੱਚ ਨਾ ਗੱਲ ਹੋਈ ਸੀ। ਸਾਡੇ ਨਾਲ ਗਿਆਨੀ ਨਰਿੰਦਰ ਸਿੰਘ ਜੀ ਅਤੇ ਇੱਕ ਸਾਡੇ ਸਥਾਨਕ ਪੁਲਿਸ ਆਫਿਸਰ ਸ਼ਾਮਲ ਹੋਏ ਸੀ ਅਤੇ ਉਹਨਾਂ ਨੇ ਦੱਸਿਆ ਸੀ ਕਿ ਕਿੱਦਾਂ ਇੱਥੇ ਓਵਰਡੋਜ਼ ਕਰਕੇ, ਦੇਖੋ ਕੈਨੇਡਾ ਦੇ ਵਿੱਚ ਵੀ, BC ਦੇ ਵਿੱਚ ਵੀ ਪਿਛਲੇ ਕਈ ਸਾਲਾਂ ਤੋਂ ਬਹੁਤ ਮੌਤਾਂ ਹੋ ਰਹੀਆਂ ਨੇ ਡਰੱਗ ਓਵਰਡੋਜ਼ ਕਰਕੇ, ਅਤੇ ਪੰਜਾਬੀ ਜਿਹੜੇ ਨੌਜਵਾਨ ਨੇ ਉਹਨਾਂ ਦੀਆਂ ਮੌਤਾਂ ਦੇ ਵਿੱਚ ਵੀ ਡਰੱਗ ਓਵਰਡੋਜ਼ ਇੱਕ ਵਜ੍ਹਾ ਬਣਦੀ ਜਾ ਰਹੀ ਆ। ਬੀਤੇ ਸਮੇਂ ਦੇ ਵਿੱਚ ਵੀ ਇਸ ਤਰ੍ਹਾਂ ਦੇ ਸੰਕੇਤ ਆਏ ਸੀ। ਤੁਸੀਂ ਵੀ, ਮੈਨੂੰ ਯਾਦ ਹੈ ਕੁਝ ਹਫ਼ਤੇ ਪਹਿਲਾਂ ਹੀ ਇੱਕ ਰਿਪੋਰਟ ਸਾਂਝੀ ਕਰ ਰਹੇ ਸੀ ਵੀ ਕਿਵੇਂ ਇੰਡੀਆ ਦੇ ਵਿੱਚ, ਪੰਜਾਬ ਦੇ ਵਿੱਚ ਮਾਪੇ ਇਸ ਗੱਲ ਨੂੰ ਲੈ ਕੇ ਬੜੇ ਚਿੰਤਿਤ ਨੇ ਕਿ ਕੈਨੇਡਾ ਦੇ ਵਿੱਚ ਨੌਜਵਾਨਾਂ ਦੀਆਂ ਬਹੁਤ ਮੌਤਾਂ ਹੋ ਰਹੀਆਂ ਨੇ। ਕੁਝ ਚਲੋ ਸੜਕ ਹਾਦਸਿਆਂ ਦੇ ਵਿੱਚ ਨੇ ਜਿਹੜੀਆਂ ਉਹ ਮੰਦਭਾਗੀਆਂ ਦੁਰਘਟਨਾਵਾਂ ਹੁੰਦੀਆਂ ਨੇ, ਪਰ ਇੱਕ ਸਿਗਨੀਫਿਕੈਂਟ ਨੰਬਰ ਯੰਗ ਡੈਥਸ ਦਾ ਡਰੱਗ ਓਵਰਡੋਜ਼ ਕਰਕੇ ਵੀ ਹੋ ਰਿਹਾ। ਅਤੇ ਇਹ ਹੁਣ ਜਿਹੜੀ ਖਬਰ ਹੈ, ਇਹ ਹੁਣ ਭਾਰਤ ਦੇ ਵਿੱਚ ਇੱਕ ਪ੍ਰਮੁੱਖ ਅਖਬਾਰ ਨੇ ਅੱਜ ਸੁਰਖੀ ਹੈਡਲਾਈਨ ਬਣਾ ਕੇ ਛਾਪੀ ਹੈ ਜੀ ਕਿ ਕੈਨੇਡਾ ਦੇ ਵਿੱਚ ਵੀ ਉੜਤਾ ਪੰਜਾਬ, ਇਸ ਤਰ੍ਹਾਂ ਦੀ ਗੱਲ ਕੋਈ ਲਿਖੀ ਹੈ ਜੀ। ਬਿਲਕੁਲ ਜੀ, ਉਹਨਾਂ ਦਾ ਸਿਰਲੇਖ ਹੈ ਕਿ ਅਬ ਕਨਾਡਾ ਮੇ ਵੀ ਉੜਤਾ ਪੰਜਾਬ, ਜਿਹਦੇ ਵਿੱਚ ਉਹਨਾਂ ਨੇ ਨਰਿੰਦਰ ਸਿੰਘ ਵਾਲੀਆ ਹੋਰਾਂ ਦਾ ਹੀ ਵਰਜ਼ਨ ਪਾਇਆ ਹੋਇਆ ਵਿੱਚ, ਮਤਲਬ ਕਿ ਉਹਨਾਂ ਦੇ ਹਵਾਲੇ ਦੇ ਨਾਲ ਹੀ ਸਾਰੀ ਜਾਣਕਾਰੀ ਜਿਹੜੀ ਹੈ ਉਹ ਛਾਪੀ ਹੋਈ ਹੈ। ਤਾਂ ਵਾਕਿਆ ਉਹਦੇ ਵਿੱਚ ਜੋ ਉਹਨਾਂ ਨੇ ਤੱਥ ਦੱਸੇ ਨੇ ਕਿ ਜਨਵਰੀ ਮਹੀਨੇ ਦੇ ਵਿੱਚ ਹੀ ਹੁਣ ਤੱਕ 4 ਨੌਜਵਾਨਾਂ ਦੀ ਓਵਰਡੋਜ਼ ਕਰਕੇ ਡੈਥ ਹੋ ਚੁੱਕੀ ਹੈ। ਮਤਲਬ ਕਿ ਜਨਵਰੀ ਮਹੀਨਾ ਹਾਲੇ ਪੂਰਾ ਨਹੀਂ ਹੋਇਆ। ਵੈਸੇ ਤਾਂ ਤੁਹਾਡੇ ਕੈਨੇਡਾ ਦੇ ਵਿੱਚ ਇਹ ਜਿਹੜੀ ਡੈਥ ਦੀ ਅੰਕੜੇਬਾਜ਼ੀ ਹੈ ਬਹੁਤ ਜ਼ਿਆਦਾ ਹੋਏਗੀ, ਕਿਉਂਕਿ ਇਹ ਸਮੱਸਿਆ ਹੀ ਗਲੋਬਲੀ ਹੋ ਗਈ ਹੈ ਨਾ, ਹੁਣ ਕਿਸੇ ਇੱਕ ਥਾਂ ਦੀ ਤਾਂ ਹੈ ਹੀ ਨਹੀਂ ਹੈ ਜੀ। ਪਰ ਜਿਵੇਂ ਤੁਸੀਂ ਇੱਕ ਗੱਲ ਕਹੀ ਕਿ ਮਾਪੇ ਇੱਥੋਂ ਦੇ ਚਿੰਤਤ, ਮਤਲਬ ਕਿ ਇਹ ਹੁਣ ਦੇਖੋ ਹਾਲੇ ਨੈਸ਼ਨਲ ਨਿਊਜ਼ ਪੇਪਰਾਂ ਦੇ ਵਿੱਚ ਖਬਰਾਂ ਆਉਣੀਆਂ ਸਟਾਰਟ ਹੋਈਆਂ ਨੇ ਜੀ। ਵੈਸੇ ਪਹਿਲਾਂ ਤੁਹਾਡੇ ਇੱਧਰੋਂ ਜਿਹੜੀਆਂ ਕੁਝ ਨਿਊਜ਼ ਵੈਬਸਾਈਟਾਂ ਹੋਣਗੀਆਂ, ਲੋਕ ਉੱਥੇ ਜਾ ਕੇ ਸਰਚ ਕਰਦੇ ਆ, ਜਾਂ ਇੱਥੋਂ ਦੇ ਰਹਿਣ ਵਾਲੇ ਲੋਕ ਜਿਹੜੇ ਆ ਉਹਨਾਂ ਨੂੰ ਪਤਾ ਹੈ, ਜਾਂ ਕੁਝ ਪੱਤਰਕਾਰ ਐਕਸੈਸ ਕਰਦੇ ਇਹਨਾਂ ਖਬਰਾਂ ਨੂੰ। ਪਰੰਤੂ ਜਦੋਂ ਤੁਸੀਂ ਦੇਖੋ ਕਿ ਕਿਸੇ ਵੀ ਮੁਲਕ ਦੀਆਂ ਖਬਰਾਂ ਜਿਹੜੀਆਂ ਨੇ ਉਹ ਇੱਦਾਂ ਨੈਸ਼ਨਲ ਨਿਊਜ਼ ਪੇਪਰ 'ਚ ਲੱਗਣੀਆਂ ਸ਼ੁਰੂ ਹੋ ਗਈਆਂ, ਤਾਂ ਹੌਲੀ ਹੌਲੀ ਲੋਕਲ ਅਖਬਾਰਾਂ 'ਚ ਆਉਣਗੀਆਂ, ਤੇ ਫਿਰ ਉਸ ਤੋਂ ਬਾਅਦ ਮਾਪਿਆਂ ਤੱਕ ਪਹੁੰਚਣਗੀਆਂ ਕਿ ਅਸਲ 'ਚ ਉੱਥੇ ਗੜਬੜ ਤਾਂ ਉਹੀ ਹੈ। ਕਿਉਂਕਿ ਇੱਥੇ ਜੇ ਦੇਖੀਏ ਤਾਂ ਮਾਪਿਆਂ ਦੇ ਕੋਲ ਕਹਿਣ ਲਈ ਇਹੋ ਹੀ ਹੁੰਦਾ ਹੈ ਕਿ ਦੇਖੋ ਇੱਥੇ ਜੌਬ ਨਹੀਂ ਮਿਲਦੀ, ਉੱਤੋਂ ਨਸ਼ਾ ਬੜਾ ਆ, ਕਿ ਚਲੋ ਔਖੇ ਸੌਖੇ ਥੱਬਾ ਰੁਪਈਆਂ ਦਾ ਲਾ ਕੇ ਜੇ ਮੁੰਡਾ ਜਾਂ ਕੁੜੀ ਉਧਰ ਘੱਲ ਦਿਆਂਗੇ ਤਾਂ ਜ਼ਿੰਦਗੀ ਬਣ ਜਾਏਗੀ ਜੀ। ਪਰ ਜੇ ਜ਼ਿੰਦਗੀ ਉੱਥੇ ਵੀ ਦਾਅ ਤੇ ਲੱਗ ਰਹੀ ਹੈ ਤਾਂ ਫਿਰ ਬੜੇ ਵੱਡੇ ਸਵਾਲ ਉੱਠਣਗੇ, ਬਹੁਤ ਵੱਡੇ ਸਵਾਲ ਉੱਠਣਗੇ। ਤੇ ਇਹ ਜਿਹੜਾ ਹੁਣ ਡਰੱਗ ਦਾ ਕਾਰੋਬਾਰ ਆ, ਇਹ ਤੇ ਮੈਂ ਸਮਝਦਾ ਕਿ ਇਸ ਤਰ੍ਹਾਂ ਦਾ ਹੋ ਗਿਆ ਵਾ ਵਿਜੇ ਜੀ, ਕਿ ਮੈਨੂੰ ਲੱਗਦਾ ਕਿ ਇਸ ਤਰ੍ਹਾਂ ਇਹਦਾ ਫੈਲਾਅ ਹੋ ਗਿਆ ਕਿ ਕੋਈ ਵੀ ਦੇਸ਼ ਇਸ ਨਸ਼ੇ ਵਾਲੇ ਸੌਦਾਗਰਾਂ ਦੀ ਪਹੁੰਚ ਤੋਂ ਬਾਹਰ ਹੈ ਹੀ ਨਹੀਂ ਹੈ ਜੀ। ਮੈਂ ਇੱਕ ਐਗਜ਼ਾਮਪਲ ਦੇਣਾ ਤੁਹਾਨੂੰ ਕਿ ਦੇਖੋ ਲੁਧਿਆਣੇ ਦੇ ਵਿੱਚੋਂ ਪਿਛਲੇ ਦਿਨੀ ਨਾਰਕੋਟਿਕਸ ਕੰਟਰੋਲ ਬਿਊਰੋ ਨੇ ਲੁਧਿਆਣੇ ਦੇ ਵਿੱਚੋਂ ਆ ਕੇ ਚੱਲਦੀ ਲੈਬ ਫੜੀ ਹੈ। 60 ਕਿਲੋਗ੍ਰਾਮ ਹੈਰੋਇਨ ਤਾਂ ਹਾਲੇ ਜਿਹੜੀ ਮਤਲਬ ਕਿ ਪਈ ਸੀਗੀ ਪੱਕੀ ਹੈਰੋਇਨ, ਉਹ ਬਾਅਦ 'ਚ ਜਿੰਨੀ ਸਿੰਥੈਟਿਕ ਡਰੱਗ ਬਣਾਉਣੀ ਸੀ ਉਹ ਪਤਾ ਨਹੀਂ ਕਿੰਨੀ ਮਿਕਦਾਰ 'ਚ ਹੋਏਗੀ। ਹੁਣ ਤੱਕ ਕਹਿੰਦੇ ਆ ਕਿ ਕੁਆਂਟਲਾਂ ਨਾਲ ਵਿਕੀ ਹੈ। ਤੁਹਾਡੇ ਜਿਹੜੇ ਆਹ ਕਲੱਬ ਹੁੰਦੇ ਨੇ, ਡਿਸਕੋ ਕਲੱਬ ਵਗੈਰਾ ਜਿਹੜੇ ਹੁੰਦੇ ਨੇ ਰਾਤ ਨੂੰ ਚੱਲਦੇ ਆ ਜੋ, ਤਾਂ ਇਹਨਾਂ ਤੱਕ ਸਪਲਾਈ ਹੁੰਦੀ ਸੀ। ਤੇ ਕਮਾਲ ਦੀ ਗੱਲ ਇਹ ਆ ਕਿ 2 ਅਫਗਾਨੀ ਨਾਗਰਿਕ ਉੱਥੇ ਲੈਬ ਦੇ ਵਿੱਚ ਟੈਕਨੀਸ਼ੀਅਨ ਦੇ ਤੌਰ ਤੇ ਕੰਮ ਕਰ ਰਹੇ ਸਨ। ਮਤਲਬ ਤੁਸੀਂ ਦੇਖੋ ਕਮਾਂਤਰੀ ਰੈਕਟ, ਔਰ ਇੱਥੋਂ ਬਣਾਈ ਹੈਰੋਇਨ ਨਾ ਸਿਰਫ ਕਸ਼ਮੀਰ ਤੱਕ, ਇੱਥੇ ਇੰਡੀਆ ਦੇ ਵੱਖ-ਵੱਖ ਕੋਨਿਆਂ ਤੱਕ ਦੱਸਦੇ ਕਿ ਬਾਹਰ ਵੀ ਭੇਜੀ ਜਾ ਰਹੀ ਸੀਗੀ ਜੀ। ਤਾਂ ਹੁਣ ਤੁਸੀਂ ਕੀ ਕਹੋਗੇ? ਮਤਲਬ ਕਿ ਚਾਈਨਾ ਤੋਂ ਆਪਾਂ ਦੇਖਦੇ ਹਾਂ, ਮੈਕਸੀਕੋ ਤੋਂ ਦੇਖਦੇ ਹਾਂ, ਤਾਂ ਆਲ ਓਵਰ ਇਹ ਸਮੱਸਿਆ ਜਿਹੜੀ ਆ ਬਹੁਤ ਜ਼ਿਆਦਾ ਬਣ ਗਈ ਆ। ਪਰ ਇਸ ਤਰ੍ਹਾਂ ਦੀਆਂ ਖਬਰਾਂ ਜਿੱਦਾਂ ਆਪਾਂ ਅੱਗੇ ਤੌਖਲਾ ਪ੍ਰਗਟਾਇਆ ਕਿ ਵਾਕਿਆ ਇੱਥੇ ਦੇ ਜਿਹੜੇ ਮਾਪੇ ਆ ਜਿਨ੍ਹਾਂ ਦੇ ਬੱਚੇ ਹਾਲੇ ਛੋਟੇ ਨੇ ਜਾਂ ਜਿਹੜੇ ਬਾਹਰ ਭੇਜਣ ਦੀ ਤਿਆਰੀ ਕਰ ਰਹੇ ਆ, ਬਿਲਕੁਲ ਉਹਨਾਂ ਦਾ ਕਿਤੇ ਨਾ ਕਿਤੇ ਹੌਸਲਾ ਫਿਰ ਇੱਕ ਦਿਨ ਤੋੜਨਾ ਸ਼ੁਰੂ ਕਰ ਦੇਣਗੇ। ਤਾਂ ਉਸ ਸੂਰਤ ਦੇ ਵਿੱਚ ਬਹੁਤ ਔਖਾ। ਇੱਥੋਂ ਦੇ ਬੱਚੇ ਜਿਹੜੇ ਪਹੁੰਚ ਕੇ ਆਪਦਾ ਕੰਮ ਕਾਰ ਕਰਦੇ, ਉਹਨਾਂ ਨੂੰ ਵੇਖਣਾ ਚਾਹੀਦਾ ਕਿ ਇਸ ਰਾਹ ਤੇ ਜੇ ਤੁਸੀਂ ਇੱਕ ਕਦਮ ਪੁੱਟ ਲਿਆ ਤਾਂ ਹੋ ਸਕਦਾ ਦੂਆ ਕਦਮ ਪੁੱਟਦਿਆਂ ਉਹ ਕਦਮ ਨਾ ਹੋ ਜਾਏ, ਕਬਰ ਹੋ ਜਾਵੇ। ਤਾਂ ਕਦਮ ਤੇ ਕਬਰ 'ਚ ਕੋਈ ਫਰਕ ਨਹੀਂ ਹੁੰਦਾ। ਸੋ ਇਹ ਕਦਮ ਹੀ ਨਾ ਚੁੱਕਿਆ ਜਾਵੇ ਤਾਂ ਬਿਹਤਰ ਰਹੇਗਾ, ਬਹੁਤ ਔਖਾ ਹੋ ਜਾਏਗਾ ਜੀ ਜੀ। ਮਿੰਟੂ ਜੀ, ਉਧਰ ਪਹਿਲਵਾਨਾਂ ਵੱਲੋਂ ਜੋ ਫੈਡਰੇਸ਼ਨ ਦੇ ਖਿਲਾਫ ਇੱਕ ਦੋਸ਼ ਵਗੈਰਾ ਚੱਲ ਰਹੇ ਸੀ ਸੈਕਸ਼ੂਅਲ ਐਕਸਪਲੋਇਟੇਸ਼ਨ ਦੇ, ਫੈਡਰੇਸ਼ਨ ਦੇ ਪ੍ਰਧਾਨ ਬਾਰੇ ਪਿਛਲੇ 2 ਦਿਨਾਂ ਤੋਂ ਇਹ ਗੱਲ ਕਾਫੀ ਤੁਸੀਂ ਡੀਟੇਲ ਦੇ ਨਾਲ ਸਾਂਝੀ ਕਰ ਰਹੇ ਹੋ,
ਤੇ ਹੁਣ ਤੇ ਸਾਰੇ ਬਣਦੇ ਨਜ਼ਰ ਆ ਰਹੇ ਨੇ ਕਿ ਫੈਡਰੇਸ਼ਨ ਹੀ ਭੰਗ ਹੋ ਸਕਦੀ ਹੈ। ਅੱਜ ਕੀ ਅਪਡੇਟ ਹੈ ਜੀ ਉਸ ਸਾਰੇ ਰੇੜਕੇ ਦੇ ਵਿੱਚ? ਜੀ ਬਿਲਕੁਲ, ਅੱਜ ਦੂਜੀ ਵਾਰੀ ਖੇਡ ਮੰਤਰਾਲੇ ਦੇ ਜਿਹੜੇ ਮੰਤਰੀ ਅਨੁਰਾਗ ਠਾਕਰ ਜੀ ਆਪਣੇ ਗਵਾਂਢੀ ਨੇ, ਹਿਮਾਚਲ ਤੋਂ ਨੇ, ਉਹਨਾਂ ਦੇ ਨਾਲ ਇਹਨਾਂ ਖਿਡਾਰੀਆਂ ਦੀ, ਪ੍ਰਦਰਸ਼ਨਕਾਰੀਆਂ ਦੀ ਮੁਲਾਕਾਤ ਹੁੰਦੀ ਹੈ। ਉਸ ਤੋਂ ਬਾਅਦ ਫਿਰ ਇਹ ਗੱਲ ਨਿਕਲਦੀ ਹੈ, ਮਤਲਬ ਕਿ ਦੇਰ ਸ਼ਾਮ ਜਾਂ ਕਹਿ ਸਕਦੇ ਹਾਂ ਕਿ ਰਾਤ ਹੀ ਹੋ ਗਈ ਸੀਗੀ, ਉਸ ਟਾਈਮ ਖਬਰ ਆਉਂਦੀ ਆ ਕਿ ਦੋਹਾਂ ਧਿਰਾਂ ਦੀ ਸਹਿਮਤੀ ਬਣ ਗਈ ਹੈ ਕਿ ਇੱਕ 7 ਮੈਂਬਰੀ ਕਮੇਟੀ ਬਣੂਗੀ, ਜਿਹਦੇ ਵਿੱਚ ਮੈਰੀ ਕਾਮ ਵਰਗੇ ਕੁਝ ਖਿਡਾਰੀ ਵੀ ਹੈਗੇ ਨੇ, ਤਾਂ 2 ਕੁ ਵਕੀਲ ਨੇ, ਉਹਦੇ 'ਚ ਯੋਗੇਸ਼ਵਰ ਦੱਤ ਬਹੁਤ ਤਗੜਾ ਪਹਿਲਵਾਨ ਰਿਹਾ ਹੈ, ਤਾਂ ਉਹਨੂੰ ਵੀ ਸ਼ਾਮਲ ਕੀਤਾ ਗਿਆ ਕਿ ਇੱਕ 7 ਮੈਂਬਰੀ ਕਮੇਟੀ ਬਣ ਜਾਊਗੀ। ਉਹ ਕਮੇਟੀ ਇਹਨਾਂ ਦੋਸ਼ਾਂ ਦਾ ਗਹੀਨਤਾ ਦੇ ਨਾਲ ਨਿਰਕ ਪੁਰਖ ਕਰਕੇ ਕੋਈ ਨਤੀਜਾ ਕੱਢੇਗੀ, ਤਾਂ ਉਹਦੇ ਵਿੱਚ ਪਤਾ ਲੱਗੇਗਾ ਕਿ ਫਿਰ ਹਾਂ ਹੋਇਆ ਕੀ ਆਖਰ ਦੇ ਵਿੱਚ। ਕਿਉਂਕਿ ਅੱਜ ਜਿਹੜਾ ਬ੍ਰਿਜ ਭੂਸ਼ਣ ਹੈ, ਉਹਨੇ ਵੀ ਰੱਖ ਦਿੱਤੀ ਸੀ ਕਿ ਪੀਸੀ ਕਿ 4 ਵਜੇ ਮੈਂ ਵੀ ਆ ਗਿਆ, ਮੈਂ ਵੀ ਦੱਸਦਾ। ਉਹ ਕਹਿੰਦਾ ਨਾ, ਆਲਾ ਚੱਕ ਮੈਂ ਆ ਗਿਆ, ਉਹ ਕਹਿੰਦਾ ਮੈਂ ਦੱਸੂਗਾ। ਉਹ ਕਹਿੰਦਾ ਜੇ ਮੈਂ ਬੋਲ ਪਿਆ ਤੇ ਸੁਨਾਮੀ ਆ ਜਾਊਗੀ। ਵੈਸੇ ਹੀ ਤੁਹਾਨੂੰ ਪਤਾ ਕਪੱਤਾ। ਅੱਛਾ, ਇੰਤਜ਼ਾਰ ਕੀਤਾ ਜਾ ਰਿਹਾ ਸੀਗਾ ਕਿ ਬ੍ਰਿਜ ਭੂਸ਼ਣ ਕੁਛ ਨਾ ਕੁਛ ਬੋਲੇਗਾ, ਪੱਤੇ ਖੋਲੇਗਾ, ਪਰ ਪੱਤਰਕਾਰਾਂ ਨੂੰ ਸੁਨੇਹੇ ਮਿਲਦੇ 4 ਵਜੇ ਤੋਂ ਬਾਅਦ ਕਿ 5:30 ਵਜੇ ਹੋਊਗੀ, 6 ਵਜੇ ਹੋਊਗੀ, 6:30 ਵਜੇ ਹੋਊਗੀ, ਤਾਂ ਸਮਝਿਆ ਜਾ ਰਿਹਾ ਹੈ ਕਿ ਉੱਤੋਂ ਪ੍ਰੈਸ਼ਰਾਈਜ਼ ਕਰਕੇ ਰੋਕਿਆ ਗਿਆ ਕਿ ਹੁਣ ਬਲਦੀ ਤੇ ਤੇਲ ਨਾ ਪਾ, ਕਪੱਤਿਆ ਰੁਕ ਜਾ, ਰੁਕ ਜਾ, ਠਹਿਰ ਜਾ, ਥੰਮ ਜਾ। ਤਾਂ ਐਨ ਮੌਕੇ ਤੇ ਉਹ ਪੀਸੀ ਹੋ ਜਾਂਦੀ ਹੈ ਰੱਦ। ਫਿਰ ਉਹ ਪੀਸੀ ਰੱਦ ਹੁੰਦੀ ਹੈ ਤਾਂ ਉਹਤੇ ਬਾਅਦ ਫਿਰ ਇਹ ਸਾਰਾ ਦੌਰ ਚੱਲਦਾ ਹੈ ਗੱਲਬਾਤ ਦਾ ਖੇਡ ਮੰਤਰੀ ਦੀ ਰਿਹਾਇਸ਼ ਤੇ। ਉਸ ਤੋਂ ਬਾਅਦ ਇਹ ਨਤੀਜਾ ਨਿਕਲਦਾ ਹੈ ਕਿ ਕਮੇਟੀ ਬਣਾ ਦੇਾਂਗੇ। ਤਾਂ ਇੱਕ ਵਾਰੀ ਆਪਾਂ ਕਹਿ ਸਕਦੇ ਹਾਂ ਕਿ ਕਮੇਟੀ ਤੇ ਆ ਕੇ ਗੱਲ ਮੁੱਕੀ ਆ। ਹੁਣ ਕਮੇਟੀ ਦਾ ਕੰਮ ਕੀ ਹੈ, ਉਹਦੇ ਸਿੱਟੇ ਕੀ ਨਿਕਲਦੇ ਆ, ਉਹ ਦੇਖਦੇ ਆ ਆਉਣ ਵਾਲੇ ਸਮੇਂ ਦੇ ਵਿੱਚ। ਤਾਂ ਖੈਰ ਇਹ ਮੁੱਦਾ ਜਿਹੜਾ ਇੱਕ ਪਾਸੇ ਸ਼ੋਸ਼ਣ ਦਾ ਜਿਵੇਂ ਹੈ ਹੀ ਹੈ, ਉਹ ਤਾਂ ਇਲਜ਼ਾਮ ਲੱਗ ਰਹੇ ਨੇ, ਪਰ ਦੂਸਰੇ ਪਾਸੇ ਜਿੱਦਾਂ ਆਪਾਂ ਸ਼ੁਰੂ ਤੋਂ ਕਹਿ ਰਹੇ ਹਾਂ ਕਿ ਕਿਤੇ ਨਾ ਕਿਤੇ ਇਹ ਪਾਵਰ ਸਟਰਗਲ ਵੀ ਹੈ, ਤਾਕਤ ਨੂੰ ਹਥਿਆਉਣ ਦਾ ਸੰਘਰਸ਼ ਵੀ ਨਜ਼ਰ ਆ ਰਿਹਾ। ਕਿਉਂਕਿ ਇਹਦੇ ਵਿੱਚ ਹੁਣ ਬਹੁਤ ਪਹਿਲਵਾਨ ਵੀ ਕੁੱਦ ਪਏ, ਬਹੁਤ ਖਿਡਾਰੀ ਵੀ ਕੁੱਦ ਪਏ, ਔਰ ਸਿਆਸਤਦਾਨ ਵੀ ਲੱਗੇ ਹੋਏ ਨੇ। ਜੀ ਮਿੰਟੂ ਜੀ, ਉਧਰ ਡੇਰਾ ਮੁਖੀ ਦੇ ਆਉਣ ਤੋਂ ਪਹਿਲਾਂ 5 ਪਿੰਡਾਂ ਦੇ ਲੋਕਾਂ ਨੇ ਧਰਨਾ ਲਗਾਇਆ, ਇਹਦੇ ਬਾਰੇ ਕੀ ਡਿਟੇਲ ਹੈ ਜੀ? ਦੇਖੋ, ਇਹਦਾ ਹਿਸਾਬ ਕਿਤਾਬ ਤੇ ਮੈਂ ਨਾ ਅੱਗੇ ਉਹ ਜਿਹੜਾ ਇੱਥੋਂ ਦਾ ਹੁਣ ਨਸ਼ੇ ਵਾਲੀ ਗੱਲ ਚੱਲੀ ਆ, ਜੋ ਕੀ ਪਾਬਲੋ ਐਸਕੋਬਾਰ, ਉਹਦੇ ਬਾਰੇ ਇੱਕ ਵਾਰੀ ਪੜ੍ਹਿਆ ਸੀਗਾ ਕਿ ਕਹਿੰਦੇ ਆ ਕਿ ਜਦੋਂ ਜ਼ਿਆਦਾ ਹੀ ਉਹਦੀ ਢਿਬਰੀ ਟਾਈਟ ਹੋ ਗਈ ਨਾ, ਤੇ ਉਹ ਸਰਕਾਰ ਦੇ ਨਾਲ ਉਹ ਕਹਿੰਦਾ ਕਿ ਚਲੋ ਠੀਕ ਹੈ ਹੁਣ ਜੇਲ੍ਹ 'ਚ ਤੇ ਰੱਖਣਾ, ਏਦਾਂ ਕਰੋ ਮੈਂ ਆਪਣੀ ਜੇਲ੍ਹ ਹੀ ਆਪਦੀ ਬਣਾ ਲੈਣਾ ਜੀ। ਤੇ ਉਹਨੇ ਆਪਦੀ ਜੇਲ੍ਹ ਮਤਲਬ ਕਿ ਪੂਰੀ ਲਗਜ਼ਰੀ ਜੇਲ੍ਹ ਬਣਾ ਰੱਖੀ ਸੀ ਜੀ, ਉਹਦੇ 'ਚ ਹੀ ਰਹਿੰਦਾ ਸੀਗਾ। ਤੇ ਉਹੀ ਹਿਸਾਬ ਕਿਤਾਬ ਹੈ ਕਿ ਜੇ ਚੌਥੇ ਦਿਨ ਪੈਰੋਲ ਤੇ ਲਿਆਉਣਾ ਇਹਨੂੰ, ਤੇ ਚੁੱਪ ਕਰਕੇ ਤੇ ਸਰਸੇ ਦੇ ਲਾਗੇ ਕਿਤੇ ਵਧੀਆ ਉਹੋ ਜਿਹੀ ਜੇਲ੍ਹ ਬਣਾ ਦੇ। ਤੇ ਕਿਹੜਾ ਪੈਸੇ ਥੋੜੇ ਆ ਜੀ, ਬਥੇਰੇ ਪੈਸੇ ਆ ਜੀ। ਤੇ ਉਸ ਜੇਲ੍ਹ ਦੀ ਸੁਪਰਡੈਂਟ ਹਨੀਪ੍ਰੀਤ ਨੂੰ ਰੱਖ ਸਕਦੇ ਹੋ ਤੁਸੀਂ, ਹੋਰ ਬਹੁਤ ਸਾਰੇ ਆ ਜਿਹੜੇ ਇਦਾਂ ਦੀ ਨੌਕਰੀ ਜੌਬ ਕਰ ਲੈਣਗੇ ਉੱਥੇ। ਤਾਂ ਖੈਰ ਗੱਲ ਇਹ ਆ ਕਿ ਇਹ ਗੇੜਾ ਹੁਣ ਤੁਸੀਂ ਹਿਸਾਬ ਲਾ ਲਓ ਕਿ ਜੂਨ ਤੋਂ ਬਾਅਦ ਤੀਸਰਾ ਇਹਦਾ ਜੀ, ਜੂਨ ਤੋਂ ਬਾਅਦ 8 ਮਹੀਨੇ 7 ਮਹੀਨੇ ਤੇ 90-91 ਦਿਨ ਦੀ ਪੈਰੋਲ ਹੱਦ ਹੋ ਗਈ ਹੈ। ਇਹਦੋਂ ਵੱਧ ਕੀ ਮੌਜ ਹੋ ਸਕਦੀ ਹੈ। ਖੈਰ ਇਹਨੇ ਆਉਣਾ 25 ਤਰੀਕ ਨੂੰ, ਪੈਰੋਲ ਮਨਜ਼ੂਰ ਹੋ ਗਈ ਹੈ, ਪਰ ਉਸ ਤੋਂ ਪਹਿਲਾਂ ਇੱਕ ਪਸੂੜੀ ਪੈ ਗਈ ਆ। ਪਸੂੜੀ ਇਸ ਗੱਲ ਦੀ ਪਈ ਹੈ ਕਿ 5 ਪਿੰਡ ਆ, ਨੇਜੀਆ, ਸ਼ਾਹਪੁਰ ਬੇਗੂ, ਅਰਨੀਆਂਵਾਲਾ, ਬਾਜੇਕਾ ਤੇ ਅਲੀ ਮੁਹੰਮਦ, ਇਹਨਾਂ ਪਿੰਡਾਂ ਦੇ ਵਸਨੀਕਾਂ ਦਾ ਕਹਿਣਾ ਹੈ ਕਿ ਬਈ ਸਾਡੀ ਜ਼ਮੀਨ ਵੀ ਇਹ ਜਿਹੜਾ ਪਿੰਡ ਹੈ ਸ਼ਾਹ ਸਤਨਾਮਪੁਰਾ, ਉਹਦੇ ਵਿੱਚ ਮਿਲਾ ਲਈ ਗਈ ਆ। ਹੁਣ ਇਹ ਕਹਿੰਦੇ ਆ ਕਿ ਡੇਰੇ ਦੀ ਕਮੇਟੀ ਨੇ ਸਾਨੂੰ ਕੱਲ ਤੱਕ ਦਾ ਟਾਈਮ ਦਿੱਤਾ, ਜੇ ਨਹੀਂ ਤਾਂ ਅਸੀਂ ਇੱਥੇ ਧਰਨਾ ਠੋਕਾਂਗੇ ਟਕਾ ਕੇ। ਅੱਛਾ, ਇਹ ਜਿਹੜਾ ਸ਼ਾਹ ਸਤਨਾਮਪੁਰਾ ਹੈ ਨਾ, ਜਿਹੜਾ ਡੇਰਾ ਹੈ, ਇਹਨੂੰ ਪਿੰਡ ਦਾ ਰੂਪ ਦੇ ਰੱਖਿਆ ਇਹਨਾਂ ਨੇ ਜੀ। ਵੈਸੇ ਜ਼ਮੀਨ ਜਾਇਦਾਦ ਦਾ ਅੱਗੇ ਵੀ ਬਥੇਰੀ ਵਾਰੀ ਮਤਲਬ ਕਿ ਚਰਚਾ ਚੱਲਦਾ ਹੈ, ਪਰ ਇਹ ਕਹਿ ਰਹੇ ਨੇ ਕਿ 50 ਪਿੰਡਾਂ ਦੀ ਹੋਰ ਜਿਹੜੀ ਰਕਬੇ ਦੀ ਜ਼ਮੀਨ ਆ ਉਹ ਇੱਧਰ ਸ਼ਾਮਲ ਕੀਤੀ ਜਾ ਰਹੀ ਹੈ। ਸੋ ਲਿਹਾਜ਼ਾ ਇਸ ਕਰਕੇ ਇਸ ਖਬਰ ਦਾ ਅੱਜ ਕਾਫੀ ਚਰਚਾ ਰਿਹਾ। ਤਾਂ ਹੁਣ ਦੇਖੋ ਪੈਰੋਲ ਮਨਜ਼ੂਰ ਹੋ ਗਈ ਆ, ਪੈਰੋਲ ਤੋਂ ਜਦੋਂ ਆਏਗਾ ਉਹ ਇੱਥੇ ਨਹੀਂ ਆਏਗਾ ਸਰਸੇ। ਇਹੀ ਕਾਰਨ ਆ ਕਿ ਹਰਿਆਣਾ ਸਰਕਾਰ ਬਚਦੀ ਆ, ਉਹਨੂੰ ਕਹਿ ਦਿੰਦੇ ਆ ਕਿ ਤੂੰ ਚੱਲ ਜਾ ਯੂਪੀ। ਯੂਪੀ ਵਾਲਾ ਜਿਹੜਾ ਆਸ਼ਰਮ ਹੈ ਨਾ ਬਈ, ਜਿੱਦਾਂ ਉਹ ਫਿਲਮ ਵੀ ਹੈਗੀ ਹੈ ਇੱਕ ਆਸ਼ਰਮ ਸ਼ਾਇਦ ਨਿਰਾਲਾ ਬਾਬਾ, ਕਿ ਉਸ ਆਸ਼ਰਮ 'ਚ ਚਲ ਜਾ ਜਿਹੜਾ ਯੂਪੀ ਦੇ ਵਿੱਚ ਆ।
यूपी ਦੇ ਵਿੱਚ ਚਲੇ ਜਾਏਗਾ, ਉੱਥੇ ਪੈਰੋਲ ਕੱਟੇਗਾ। ਇੱਥੇ ਸਰਕਾਰ ਐਸੇ ਕਰਕੇ ਇਹਨੂੰ ਅਲਾਉ ਨਹੀਂ ਕਰ ਰਹੀ, ਇਜਾਜ਼ਤ ਨਹੀਂ ਦੇ ਰਹੀ ਕਿ ਇੱਥੇ ਜੇਕਰ ਕੋਈ ਸਿਆਪਾ ਪੈ ਗਿਆ, ਸਿਆਪਾ ਤੇ ਅਸੀਂ ਪਹਿਲਾਂ ਹੀ ਗੱਲ ਚ ਪਾਈ ਬੈਠੇ ਹਾਂ ਵਾਰ-ਵਾਰ ਪੈਰੋਲ ਦੇ ਕੇ, ਤੇ ਜੇ ਕੋਈ ਇਹਦੇ ਖਿਲਾਫ ਜਾਂ ਹੱਕ ਦੇ ਵਿੱਚ ਕੋਈ ਵੱਡਾ ਇਕੱਠ ਜੁਟ ਗਿਆ ਤਾਂ ਸਮੱਸਿਆ ਹੋ ਜਾਏਗੀ। ਸੋ ਇਸ ਕਰਕੇ ਇਹ ਯੂਪੀ ਦੇ ਵਿੱਚ ਹੀ ਜਾ ਕੇ ਇਹ ਪੈਰੋਲ ਕੱਟੇਗਾ, ਐਸੀ ਮੈਨੂੰ ਥੋੜੀ ਜਿਹੀ ਜਾਣਕਾਰੀ ਮਤਲਬ ਕਿ ਮਿਲੀ ਹੈ ਜੀ। ਤੇ ਮਿੰਟੂ ਜੀ ਇਹ ਦੱਸਿਓ ਕਿ ਇੱਕ ਪਹਿਲਾ ਅਜਿਹਾ ਪਰਚਾ ਦਰਜ ਹੋਇਆ ਗੁੰਡਾ ਟੈਕਸ ਵਾਲੇ ਮਾਮਲੇ 'ਚ, ਇਹ ਉਹੀ ਆ ਜਿਹੜੇ ਕਿ ਇੱਕ ਹਫ਼ਤਾ ਵਸੂਲਦੇ ਸੀ ਜਾਂ ਫਿਰ ਬਿਜ਼ਨਸਮੈਨ ਨੂੰ ਜਾਂ ਜਿਹੜੇ ਈਵਨ ਕੋਈ ਦੁਕਾਨਦਾਰ ਸੀ ਉਹਨਾਂ ਨੂੰ ਤੰਗ ਕਰਦੇ ਸੀ, ਉਹਨਾਂ ਤੋਂ ਜਿਹੜੇ ਪੈਸੇ ਵਸੂਲੇ ਜਾਂਦੇ ਸੀ, ਉਸ ਮਾਮਲੇ ਦੇ ਵਿੱਚ ਕੇਸ ਦਰਜ ਹੋਇਆ ਜੀ? ਬਿਲਕੁਲ, ਇਹ ਗੁੰਡਾ ਟੈਕਸ ਇਦਾਂ ਦਾ ਹੀ ਹੁੰਦਾ। ਮੈਂ ਇੱਕ ਵਾਰੀ ਨਾ ਕਹਾਣੀ ਸੁਣ ਰਿਹਾ ਸੀਗਾ, ਇੱਕ ਵਿਚਾਰਾ ਜਿਹੜਾ ਫਾਸਟ ਫੂਡ ਦੀਆਂ ਰੇਹੜੀਆਂ ਜਿਹੀਆਂ ਨਹੀਂ ਲਾਉਂਦੇ, ਦੇਖੋ ਗੁੰਡਾ ਟੈਕਸ ਕਿੱਦਾਂ ਚੱਲਦਾ ਹੈ। ਉਹ ਜ਼ਿੰਦਗੀ 'ਚ ਮੇਰੇ ਅੱਜ ਵੀ ਘਟਨਾ ਯਾਦ ਹੈ ਤੇ ਮੈਂ ਬੜੀ ਵਾਰੀ ਜ਼ਿਕਰ ਕੀਤਾ। ਉਹ ਦੱਸ ਰਿਹਾ ਸੀ, ਕਹਿੰਦਾ ਕਿ ਜਿਸ ਥਾਂ ਤੇ ਜਾ ਕੇ ਮੈਂ ਲਾਉਣਾ, ਜਿਸ ਰੋਡ ਤੇ ਜਾ ਕੇ ਲਾਉਣਾ, ਉੱਥੇ ਘਰ ਆ ਜੀ, ਪਹਿਲਾਂ ਤੇ ਘਰ ਵਾਲਾ ਮੇਰੇ ਤੋਂ ਵਸੂਲੀ ਕਰਦਾ ਹੈ ਜੀ ਕਿ ਜੇ ਇੱਥੇ ਖੜਨਾ ਐਨੇ। ਕਹਿੰਦਾ ਕਿ ਫਿਰ ਦੁਪਹਿਰ ਨੂੰ ਪੁਲਿਸ ਵਾਲੇ ਗੇੜਾ ਮਾਰਦੇ ਆ, ਉਹ ਲੈ ਕੇ ਜਾਂਦੇ ਨੇ ਤੇ ਸ਼ਾਮ ਨੂੰ ਉਸ ਇਲਾਕੇ ਦਾ ਚਟਪੂੰਜੀਆ ਲੀਡਰ ਆ ਜਾਂਦਾ ਹੈ। ਹਿਸਾਬ ਲਾ ਲਓ, ਇੱਕ ਰੇਹੜੀ ਤੋਂ ਏਦਾਂ ਵਸੂਲੀ ਹੋ ਰਹੀ। ਮੈਂ ਕਿਹਾ ਵਾਹ ਵੀ ਵਾਹ, ਐਦੋਂ ਵੱਡੀ ਗੁੰਡਾ ਟੈਕਸ ਦੀ ਮਿਸਾਲ ਇੰਡੀਆ ਚੋਂ ਕਿਤੋਂ ਨਹੀਂ ਮਿਲ ਸਕਦੀ ਜੀ। ਤਾਂ ਇਹੀ ਕਾਰਨ ਹੈ ਕਿ ਜਿਹੋ ਜਿਹਾ ਬਿਜ਼ਨਸ ਉਹੋ ਜਿਹਾ ਗੁੰਡਾ ਟੈਕਸ, ਉਹੋ ਜਿਹਾ ਡੰਡਾ ਟੈਕਸ। ਆਪਣੇ ਇੱਥੇ ਰਿਫਾਈਨਰੀ ਹੈ ਰਾਮਾ ਮੰਡੀ ਕੋਲ, ਬਹੁਤ ਸਾਰੇ ਲੋਕ ਇੱਧਰ ਆਏ ਗਏ ਵੀ ਹੋਣਗੇ, ਬਠਿੰਡੇ ਦੇ ਨਾਲ ਹੀ ਆ ਜਿਹੜੀ ਤਲਵੰਡੀ ਸਾਬੋ ਰਾਮਾ ਮੰਡੀ, ਇਹ ਜਿਹੜਾ ਏਰੀਆ ਇਹਦੇ ਚ ਰਿਫਾਈਨਰੀ ਹੈ। ਰਿਫਾਈਨਰੀ ਬਹੁਤ ਵੱਡੀ ਰਿਫਾਈਨਰੀ ਹੈ। ਉਸ ਰਿਫਾਈਨਰੀ ਦੇ ਵਿੱਚੋਂ ਹੀ ਮਾਮਲਾ ਨਿਕਲਿਆ ਸੀ, ਤੁਹਾਨੂੰ ਯਾਦ ਹੋਏਗਾ ਅਮਰਿੰਦਰ ਸਿੰਘ ਵੇਲੇ ਗੁੰਡਾ ਪਰਚੀ ਦਾ, ਤੇ ਜਿਹਦੇ ਵਿੱਚ ਇੱਕ ਆਮ ਆਦਮੀ ਪਾਰਟੀ ਦੀ ਵਿਧਾਇਕਾ ਬੀਬੀ ਬਲਜਿੰਦਰ ਕੌਰ, ਪਹਿਲਾਂ ਉਹਨੇ ਮੁੱਦਾ ਚੁੱਕਿਆ ਸੀ, ਫਿਰ ਉਹਦਾ ਵੀ ਨਾਂ ਆਇਆ ਤੇ ਉਹਨੂੰ ਸਫਾਈ ਦੇਣੀ ਪਈ। ਇਸ ਤੋਂ ਇਲਾਵਾ ਇਹਨਾਂ ਦੇ ਜਿਹੜੇ ਲੋਕਲ ਲੀਡਰ ਸੀ, ਚਾਹੇ ਮਨਪ੍ਰੀਤ ਬਾਦਲ ਕੇ ਧੜੇ ਦੇ ਹੋਣ, ਚਾਹੇ ਦੂਸਰੇ ਧੜੇ ਦੇ ਹੋਣ, ਉਹਨਾਂ ਤੇ ਵੀ ਇਲਜ਼ਾਮ ਤਰਾਸ਼ੀਆਂ ਹੋਈਆਂ। ਤਾਂ ਇਹ ਮਸਲਾ ਚੱਲਦਾ ਰਿਹਾ। ਫਿਰ ਉਹ ਮਾਮਲਾ ਠੱਪ ਹੋ ਗਿਆ, ਕਿਸੇ ਗੱਲ ਤਣ ਪੱਤਨ ਨਹੀਂ ਲੱਗੀ। ਪਰੰਤੂ ਉਸ ਤੋਂ ਬਾਅਦ ਹੁਣ ਇਹਨਾਂ ਨੇ ਦੱਸਦੇ ਆ ਕਿ ਕੁਝ ਫਾਈਲਾਂ ਪੱਟੀਆਂ, ਯਾਨੀ ਇਸ ਮੌਜੂਦਾ ਸਰਕਾਰ ਨੇ ਕੁਝ ਫਾਈਲਾਂ ਪੱਟੀਆਂ, ਕਿਉਂਕਿ ਉਸ ਟਾਈਮ ਅਸੀਂ ਸੁਣਦੇ ਸਾਂ ਕਿ ਇੱਕ ਖੁਫੀਆ ਰਿਪੋਰਟ ਅਮਰਿੰਦਰ ਸਿੰਘ ਹੋਰਾਂ ਨੂੰ ਗਈ ਆ, ਪਰ ਉਦੋਂ ਤੁਹਾਨੂੰ ਪਤਾ ਖੁਫੀਆ ਰਿਪੋਰਟਾਂ ਹੀ ਖੁਫੀਆ ਹੋ ਜਾਂਦੀਆਂ ਸੀਗੀਆਂ ਜੀ, ਕਿਉਂਕਿ ਸਰਕਾਰ ਤੇ ਜਿਹੜੀ ਉਹ ਕੁਆਰੰਟੀਨ 'ਚ ਹੀ ਰਹਿੰਦੀ ਸੀਗੀ ਜ਼ਿਆਦਾਤਰ ਸਿਸਮਾ ਫਾਰਮ ਤੇ। ਖੈਰ ਉਹਦੇ ਬਾਅਦ ਕੀ ਹੋਇਆ ਕਿ ਮਾਮਲਾ ਠੱਪਿਆ, ਇਹਨਾਂ ਨੇ ਉਹ ਫਾਈਲਾਂ ਕੱਢੀਆਂ ਨੇ। ਹੁਣ ਜਿਹੜੇ ਉਹ ਠੇਕੇਦਾਰ ਨੇ ਉਹ ਅੱਜ ਵੀ ਦੁਖੀ ਨੇ, ਦੱਸਦੇ ਆ ਕਿ ਗੁੰਡਾ ਟੈਕਸ ਡੰਡਾ ਟੈਕਸ ਕਿਸੇ ਨਾ ਕਿਸੇ ਰੂਪ 'ਚ ਉੱਥੇ ਚੱਲਦਾ ਹੀ ਚੱਲਦਾ ਹੈ। ਤਾਂ ਹੁਣ ਕੁਝ ਠੇਕੇਦਾਰਾਂ ਦੇ ਜਿਹੜੇ ਬਿਆਨ ਦਰਜ ਕੀਤੇ ਸੀਗੇ, ਉਸ ਤੋਂ ਬਾਅਦ ਪਹਿਲਾ ਮਾਮਲਾ ਦਰਜ ਹੋਇਆ ਗੁੰਡਾ ਟੈਕਸ ਦਾ। ਵੈਸੇ ਇੱਕ ਮਾਮਲਾ ਦਰਜ ਹੋ ਗਿਆ ਸੀ ਪਿੱਛੇ ਜੇ ਇਹਨਾਂ ਦੇ ਇੱਕ ਪ੍ਰਧਾਨ ਤੇ, ਪਰ ਹੁਣ ਇੱਕ ਟਰੱਕ ਯੂਨੀਅਨ ਦੇ ਪ੍ਰਧਾਨ ਤੇ ਹੋਇਆ ਵਾ। ਤੇ ਇਹਦੇ ਵਿੱਚ ਜਿਹੜਾ ਸ਼ਿਕਾਇਤ ਕਰਤਾ, ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਕੁਝ ਠੇਕੇਦਾਰਾਂ ਨੂੰ ਵਾਪਸ ਬੁਲਾਇਆ ਗਿਆ ਸੀਗਾ ਕਿ ਆ ਕੇ ਬਿਆਨ ਕਲਮਬੱਧ ਕਰਾਓ। ਤਾਂ ਇੱਕ ਠੇਕੇਦਾਰ ਨੇ ਜਿਹੜੀ ਸ਼ਿਕਾਇਤ ਦਿੱਤੀ ਹੈ ਕਿ ਮੈਂ ਕੁਝ ਮਤਲਬ ਕਿ ਚਾਰ ਦੀਵਾਰੀ ਦੇ ਵਾਸਤੇ ਜਿਹੜੀ ਵੇਅਰ ਹਾਊਸ ਕਾਰਪੋਰੇਸ਼ਨ ਦੀ ਸੀਗੀ, ਗੋਦਾਮ ਦੀ ਜਿਹੜੀ ਚਾਰ ਦੀਵਾਰੀ ਸੀਗੀ, ਉਹਦੇ ਵਾਸਤੇ ਰੇਤ ਮੰਗਾਣੀ ਸੀਗੀ। ਟਰੱਕ ਯੂਨੀਅਨ ਜਿਹੜੀ ਸੀਗੀ ਉਹਨਾਂ ਨੂੰ ਜਦੋਂ ਪੁੱਛਿਆ ਤਾਂ ਉਹਨਾਂ ਨੇ ਇਹਦਾ ਕੋਈ ਪ੍ਰਬੰਧ ਨਹੀਂ ਕੀਤਾ। ਜਦੋਂ ਅਸੀਂ ਬਾਹਰੋਂ ਟਰੱਕ ਮੰਗਵਾ ਲਿਆ, ਮਤਲਬ ਕਿ ਬਾਹਰਲੇ ਥਾਂ ਤੋਂ ਕਿਤੋਂ ਟਰੱਕ ਮੰਗਵਾ ਲਿਆ, ਇਹਨਾਂ ਨੇ ਆ ਕੇ ਕਿਹਾ ਕਿ ਬਈ ਮਿੱਤਰਾ, ਜੇ ਰੇਤ ਲਵਾਉਣੀ ਹੈ ਤਾਂ ਰੁਪਈਆ 3000 ਦੇ। 3000 ਰੁਪਈਆ ਮਤਲਬ ਕਿ ਸਾਡੇ ਤੋਂ ਵਸੂਲ ਕੀਤਾ। ਤੁਸੀਂ ਹਿਸਾਬ ਲਾ ਲਓ ਕਿ ਰੇਤੇ ਦੇ ਟਰੱਕ ਚੋਂ 3000 ਦੀ ਪਰਚੀ ਜੀ, ਜਿਹੜੀ ਹੋਰ ਉੱਥੇ ਰਿਫਾਈਨਰੀ 'ਚ ਕਿੰਨੀ ਆਵਾਜਾਈ ਹੋਏਗੀ ਰੋਜ਼ਾਨਾ, ਤੁਸੀਂ ਸੋਚ ਕੇ ਦੇਖੋ ਕਿ ਕਿੰਨੀ ਇਨਕਮ ਹੋਏਗੀ ਗੁੰਡਿਆਂ ਨੂੰ, ਸਿਆਸੀ ਨੇ ਚਾਹੇ ਤੇ ਚਾਹੇ ਉਹ ਗੈਰ ਸਮਾਜੀ ਨੇ। ਤਾਂ ਖੈਰ ਇਹ ਮਾਮਲਾ ਚਰਚਾ ਦੇ ਵਿੱਚ ਬਹੁਤ ਪਹਿਲਾਂ ਆਇਆ, ਪਰ ਆਮ ਆਦਮੀ ਪਾਰਟੀ ਦੀ ਇਸ ਗੱਲੋਂ ਆਪਾਂ ਸਿਫਤ ਕਰ ਸਕਦੇ ਹਾਂ ਕਿ ਇਹਨਾਂ ਨੇ ਫਾਈਲਾਂ ਪੁੱਟੀਆਂ, ਉਸ ਤੋਂ ਬਾਅਦ ਹੁਣ ਮਾਮਲਾ ਦਰਜ ਕੀਤਾ। ਹੋ ਸਕਦਾ ਹੈ ਕਿ ਗੱਲ ਅੱਗੇ ਵੀ ਤੁਰੇ ਜੀ। ਤੇ ਮਿੰਟੂ ਜੀ, ਇਹ ਕੀ ਗੱਲ ਹੈ ਵੀ ਪੰਜਾਬ ਦੇ ਵਿੱਚ ਨੌਜਵਾਨ ਹੀ ਬੁੱਢੇ ਹੋਣ ਲੱਗੇ, ਇਹ ਕਿਹੜੇ ਪਾਸੇ ਨੂੰ ਇਹ ਕਟਾਕਸ਼ ਹੈ ਜਾਂ ਇਹ ਕੋਈ ਬਹੁਤ ਕੰਸਰਨਿੰਗ ਕੋਈ ਇੱਕ ਟ੍ਰੈਂਡ ਜਿਹਾ ਚੱਲ ਰਿਹਾ ਜਿਹਦੇ ਵਿੱਚ ਕਿ ਨੌਜਵਾਨਾਂ ਦੇ ਵਿੱਚ ਉਹ ਗੱਲ ਨਹੀਂ ਰਹੀ ਜਿਹੜੀ ਕਿ ਜਿਹਦੇ ਲਈ ਅਸੀਂ ਕਹਿੰਦੇ ਹਾਂ ਕਿ ਜਿਹੜੀ ਵਾਈਟੈਲਿਟੀ ਇੱਕ ਯੰਗ ਪਰਸਨ ਦੇ ਵਿੱਚ ਹੁੰਦੀ ਆ, ਉਹ ਹੁਣ ਜਾਂਦੀ ਲੱਗ ਰਹੀ ਹੈ? ਨਹੀਂ ਜੀ, ਇਹਦੇ ਵਿੱਚ ਕੁਛ ਨਹੀਂ ਹੈ ਕਿ ਦੇਖੋ ਗੱਲ ਕੀ ਹੈ ਕਿ ਬੁਢਾਪਾ ਪੈਨਸ਼ਨ ਦਿੰਦੀ ਹੈ ਸਰਕਾਰ, ਤੇ ਦੱਸਦੇ ਆ ਕਿ ਜੋ ਇਸ ਵੇਲੇ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਮਹਿਕਮਾ ਹੈ,
ਇਹ ਨਾ ਜਿਹੜੇ ਬੀਬੀ ਬਲਜੀਤ ਕੌਰ ਜੀ ਆ, ਪ੍ਰੋਫੈਸਰ ਸਾਧੂ ਸਿੰਘ ਦੇ ਸੁਪੁੱਤਰੀ ਹੈ, ਇਹਨਾਂ ਦੇ ਕੋਲ ਇਹ ਮੰਤਰਾਲਾ ਹੈ। ਤਾਂ ਕਈ ਘਪਲੇ ਹੁਣ ਤੱਕ ਸਾਹਮਣੇ ਆਏ ਨੇ ਇਹਦੇ ਵਿੱਚੋਂ। ਸਮਾਜਿਕ ਸੁਰੱਖਿਆ ਮਹਿਕਮੇ ਨੂੰ ਵੀ ਸੁਰੱਖਿਆ ਦੀ ਜ਼ਰੂਰਤ ਹੈ ਕਿ ਬਹੁਤ ਚੋਰ ਪੈਂਦੇ ਆ। ਤਾਂ ਖੈਰ ਇਹਨਾਂ ਨੇ ਜਿਹੜਾ ਅੰਕੜਾ ਇੱਕ ਹੋਰ ਕੱਢਿਆ, ਮਤਲਬ ਕਿ ਅਕਾਲੀ ਭਾਜਪਾ ਗੱਠਜੋੜ ਸਰਕਾਰ ਦੌਰਾਨ ਕਹਿੰਦੇ ਕਿ ਪੰਜਾਬ ਸਰਕਾਰ ਦੀ ਸਮਾਜਿਕ ਸੁਰੱਖਿਆ ਸਕੀਮ ਤਹਿਤ ਕਰੀਬ 17,35,000 ਲੋਕ ਬੁਢਾਪਾ, ਅੰਗਹੀਣ, ਵਿਧਵਾ ਤੇ ਨਿਰਭਰ ਬੱਚੇ ਪੈਨਸ਼ਨ ਪ੍ਰਾਪਤ ਕਰ ਰਹੇ ਸਨ ਤੇ ਮੌਜੂਦਾ ਸਮੇਂ ਇਹ ਗਿਣਤੀ 30 ਲੱਖ ਤੋਂ ਵੀ ਟੱਪ ਚੁੱਕੀ ਹੈ। ਇਹਦਾ ਸਭ ਤੋਂ ਵੱਡਾ ਕਾਰਨ ਇਹੋ ਹੀ ਹੈ ਕਿ ਬਹੁਤ ਸਾਰੇ ਨੌਜਵਾਨ ਹੀ ਬੁੱਢੇ ਬਣ ਗਏ ਆ। ਮਤਲਬ ਕਿ ਜਿਹੜੇ ਜਵਾਨ ਲੋਕ ਆ ਉਹ ਵੀ ਸਮੇਂ ਤੋਂ ਪਹਿਲਾਂ ਹੀ ਆਪਣੇ ਆਪ ਨੂੰ ਬੁੱਢਾ ਕਰਾਰ ਦੇ ਕੇ ਤੇ ਬੁਢਾਪੇ ਪੈਨਸ਼ਨ ਵਾਲੀ ਸਹੂਲੀਅਤ 'ਚ ਸ਼ਾਮਲ ਹੋ ਰਹੇ ਆ। ਤੇ ਤੁਹਾਨੂੰ ਪਤਾ ਹੀ ਆ, ਸਾਰੇ ਪਾਸੇ ਦਾ ਚੱਲਦਾ ਹੀ ਆ ਨਾ। ਉਹ ਵੇਖਿਆ ਨਹੀਂ ਤੇ BMW ਦੇ ਵਿੱਚ ਗੱਟਾ ਕਣਕ ਦਾ ਰੱਖ ਕੇ ਲਈ ਜਾਂਦਾ ਸੀ, ਉਹ ਫਸ ਗਿਆ। ਕਹਿੰਦਾ ਨਹੀਂ ਇਹ ਤਾਂ NRI ਵੀਰ ਨੇ ਦਿੱਤੀ ਹੈ ਚਲਾਉਣ ਵਾਸਤੇ। ਮੈਂ ਕਿਹਾ ਤੁਹਾਨੂੰ ਬਈ ਇਹੋ ਜਿਹੇ ਸੱਜਣ ਮਿਲ ਗਏ ਜਿਨ੍ਹਾਂ ਨੂੰ BMW ਮਿਲ ਜਾਂਦੀ ਹੈ ਚਲਾਉਣ ਵਾਸਤੇ। ਤਾਂ ਇੱਕ ਹੋਰ ਅੰਮ੍ਰਿਤਸਰ ਦੇ ਵਿੱਚੋਂ, ਉਹ ਆਮ ਆਦਮੀ ਪਾਰਟੀ ਦਾ ਸੀਗਾ ਸਪੋਰਟਰ, ਉਹ ਵੀ ਏਦਾਂ ਵੱਡੀ ਗੱਡੀ 'ਚ ਰੱਖਦਾ ਕੈਮਰੇ 'ਚ ਕੈਦ ਹੋ ਗਿਆ ਸੀਗਾ। ਤਾਂ ਇਸ ਤਰ੍ਹਾਂ ਮਤਲਬ ਕਿ ਉਹ ਸਾਰੇ ਪਾਸੇ ਜਿਹੜੀ ਦਾਖੋਰੀ ਹੈਗੀ ਆ, ਤੇ ਇਹਨੂੰ ਹੁਣ ਕਿਸ ਤਰੀਕੇ ਨਾਲ ਰੋਕਿਆ ਜਾਵੇ, ਕਿਸ ਸਲੀਕੇ ਨਾਲ ਰੋਕਿਆ ਜਾਵੇ, ਉਹ ਤੇ ਇਹਨਾਂ ਦੀ ਟੈਨਸ਼ਨ ਆ। ਪਰ ਉਸ ਟਾਈਮ ਅਕਾਲੀ ਭਾਜਪਾ ਸਰਕਾਰ 'ਚ ਇਹ ਜਿਹੜੀਆਂ ਚੀਜ਼ਾਂ ਲਾਗੂ ਹੋਈਆਂ, ਵੈਸੇ ਤਾਂ ਦੇਖੋ ਇਹ ਜਿਹੜੀਆਂ ਸਮਾਜਿਕ ਕਲਿਆਣ ਦੀਆਂ ਸਕੀਮਾਂ ਹੁੰਦੀਆਂ, ਵੈਲਫੇਅਰ ਦੀਆਂ ਸਕੀਮਾਂ ਹੁੰਦੀਆਂ, ਚੰਗੀਆਂ ਹੁੰਦੀਆਂ ਨੇ ਜੀ। ਪਰ ਦਿੱਕਤ ਕੀ ਹੁੰਦੀ ਹੈ ਕਿ ਬਹੁਤ ਸਾਰੇ ਬੰਦੇ ਜਿਹੜੇ ਆ ਉਹ ਸਿਆਸੀ ਲੀਡਰਾਂ ਦੀ ਜਿਹੜੀ ਚੜ੍ਹਤ ਹੁੰਦੀ ਆ, ਉਹਦੀ ਜਿਹੜੀ ਚੜ੍ਹਤ ਉਹ ਅਸਰ ਕਾਰਕ ਹੋ ਕੇ ਆਮ ਅਫਸਰਾਂ ਨੂੰ ਕਹਿ ਕੁਆ ਕੇ ਉਹ ਵਿੱਚ ਪੈ ਜਾਂਦੀ ਹੈ। ਬਹੁਤ ਵੱਡੀ ਗਿਣਤੀ ਹੈ, ਉਹ ਹਰੇਕ ਸਕੀਮ 'ਚ ਆ। ਯਾਨੀ ਇੰਡੀਆ 'ਚ ਇਹ ਵੀ ਇੱਕ ਪੰਗਾ ਕਿ ਸਕੀਮ ਨੂੰ ਸਕੀਮ ਲੱਗ ਜਾਂਦੀ ਹੈ ਜੀ। ਮਿੰਟੂ ਜੀ ਇਹ ਦੱਸਿਓ, ਬੀਤੇ ਦਿਨੀ ਰਿਪੋਰਟ ਆਈ ਸੀਗੀ ਇੱਕ, ਜਿਹੜੀ ਸੀ ਵਰਲਡ ਪੋਪੂਲੇਸ਼ਨ ਰਿਵਿਊ ਦਾ ਅੰਦਾਜ਼ਾ ਸੀ ਇੱਕ, ਕਿ ਹੁਣ ਭਾਰਤ ਦੀ ਪੋਪੂਲੇਸ਼ਨ ਚਾਈਨਾ ਦੇ ਮੁਕਾਬਲੇ 50 ਲੱਖ ਵੱਧ ਗਈ ਹੈ। ਸੋ ਹੁਣ ਲਗਭਗ 141.7 ਕਰੋੜ ਭਾਰਤ ਦੀ ਆਬਾਦੀ ਹੈ, ਜੋ ਚਾਈਨਾ ਨਾਲੋਂ 50 ਲੱਖ ਜ਼ਿਆਦਾ ਅੰਦਾਜ਼ਾ ਇਹ। ਹੁਣ ਇਹ ਵੀ ਪਤਾ ਲੱਗ ਰਿਹਾ ਵੀ ਕਿਉਂਕਿ ਪੋਪੂਲੇਸ਼ਨ ਦੇ ਆਧਾਰ ਤੇ ਬਾਕੀ ਇਕਨੋਮਿਕ ਗਰੋਥ ਦੇ ਆਧਾਰ ਤੇ ਭਾਰਤ 2047 ਤੱਕ ਇੱਕ ਬਹੁਤ ਵੱਡੀ ਆਰਥਿਕਤਾ ਬਣੇਗਾ। ਇਹਦੇ ਬਾਰੇ ਕੀ ਡਿਟੇਲ ਹੈ ਜੀ ਹੋਰ? ਜੀ ਬਿਲਕੁਲ, ਅੰਦਾਜ਼ੇ ਆ ਰਹੇ ਨੇ। ਵੈਸੇ ਇੰਡੀਆ ਵਾਸਤੇ ਅੰਦਾਜ਼ੇ ਤੁਹਾਨੂੰ ਪਤਾ ਹੀ ਆ ਕਿ ਚੰਗੇ ਨੇ ਆ ਰਹੇ ਆ। ਨਹੀਂ ਤਾਂ ਜੇ ਆਪਾਂ ਵਰਲਡ ਦੀ ਆਰਥਿਕਤਾ ਨੂੰ ਦੇਖਦੇ ਆ ਤਾਂ ਕਾਫੀ ਰਿਸੈਸ਼ਨ ਵਗੈਰਾ ਦੇ ਧੁੜਕੂ ਜਿਹੜੇ ਲੱਗਦੇ ਆ। ਪਰ ਇੰਡੀਆ ਦੀ ਇਕਨੋਮੀ ਵਾਸਤੇ ਹਮੇਸ਼ਾ ਅੱਛੇ ਅੰਦਾਜ਼ੇ ਆਉਂਦੇ ਆ ਕਿ ਇਹ ਇੱਕ ਇਸ ਤਰ੍ਹਾਂ ਦੀ ਇਕਨੋਮੀ ਹੈ ਕਿ ਜਿਹੜੀ ਬਚੀ ਰਹੇਗੀ। ਤਾਂ ਇਹਦੇ ਵਿੱਚ ਹੁਣ ਇੱਕ ਵੱਡੀ ਇੱਕ ਖੋਜ ਰਿਪੋਰਟ ਹੈ ਜਾਂ ਅੰਦਾਜ਼ਾ ਹੈ ਜਿਹੜਾ ਦਾਵੋਸ ਦੇ ਵਿੱਚ ਜਿਹੜੀ ਇਹ ਹੈਗੀ ਹੈ ਵਰਲਡ ਕੰਸਲਟੈਂਸੀ ਫਰਮ EY, ਤਾਂ ਉਹਨਾਂ ਨੇ ਜੋ ਅੰਦਾਜ਼ਾ ਦਿੱਤਾ ਹੈ, ਇਹ ਪਹਿਲਾਂ ਵੀ ਅੰਦਾਜ਼ੇ ਦਿੰਦੇ ਕਾਫੀ ਸਟੀਕ ਹੁੰਦੇ ਆ, ਤਾਂ ਇਹਨਾਂ ਨੇ ਕਿਹਾ ਕਿ 2047 ਆਉਂਦਿਆਂ ਇੰਡੀਆ ਬਹੁਤ ਵੱਡੀ ਇਕਨੋਮੀ ਬਣ ਜਾਏਗੀ। ਤਾਂ ਇਹਨਾਂ ਨੇ ਜਿਹੜਾ ਅੰਦਾਜ਼ਾ ਦਿੱਤਾ ਹੈ ਉਹ ਦਿੱਤਾ 26 ਲੱਖ ਕਰੋੜ ਡਾਲਰ। ਤਾਂ ਬਹੁਤ ਵੱਡੀ ਇਹਨਾਂ ਨੇ ਕਿਹਾ ਕਿ ਇੱਕ ਅਰਥ ਵਿਵਸਥਾ ਬਣ ਜਾਏਗਾ। ਤਾਂ ਬਿਲਕੁਲ ਦੇਖੋ ਗੱਲ ਇਹ ਹੈ, ਜਿਵੇਂ ਤੁਸੀਂ ਹੁਣ ਵਸੋਂ ਦਾ ਜ਼ਿਕਰ ਕੀਤਾ, ਇੰਡੀਆ ਦੇ ਕੋਲ ਤਾਂ ਡਿਮਾਂਡ ਇੰਨੀ ਹੈ ਕਿ ਉਹ ਆਪ ਹੀ ਆਪਣੀ ਮੈਨੂਫੈਕਚਰਿੰਗ ਉਸ ਲੈਵਲ ਤੇ ਲੈ ਜਾਵੇ ਤਾਂ ਹੀ ਬਹੁਤ ਬੱਲੇ ਬੱਲੇ ਹੋ ਜਾਣੀ ਹੈ। ਕਿਉਂਕਿ ਦੇਖੋ ਕਿੰਨਾ ਇੰਪੋਰਟ ਸਾਨੂੰ ਕਰਨਾ ਪੈਂਦਾ ਹਾਲ ਦੀ ਘੜੀ। ਜੇ ਚਾਈਨਾ ਦੇ ਨਾਲ ਹੀ ਦੇਖੋਗੇ ਤਾਂ ਸਾਡਾ ਟ੍ਰੇਡ ਡੈਫਿਸਿਟ ਜਿਹੜਾ ਹੈ ਉਹ ਇਸ ਵੇਲੇ 100 ਬਿਲੀਅਨ ਹੋ ਗਿਆ। 100 ਬਿਲੀਅਨ ਜਿਹੜਾ ਖੱਪਾ ਹੈ ਸਾਡਾ, ਵਪਾਰਕ ਖੱਪਾ ਹੈ। ਅਸੀਂ ਇੱਥੋਂ ਤੱਕ ਕਿ ਕੱਚਾ ਮਾਲ ਉਹਨਾਂ ਨੂੰ ਐਕਸਪੋਰਟ ਕਰ ਰਹੇ ਹਾਂ ਤੇ ਜਿਹੜਾ ਬਣਿਆ ਮਾਲ ਉਹਨਾਂ ਤੋਂ ਇੰਪੋਰਟ ਕਰ ਰਹੇ ਹਾਂ। ਦੇਖੋ ਇਹ ਇੰਡੀਆ ਦੀ ਮਤਲਬ ਕਿ ਇਸ ਤਰ੍ਹਾਂ ਦੀ ਡਿਮਾਂਡ ਹੈ। ਤਾਂ ਜੇ ਡਿਮਾਂਡ ਤੁਹਾਡੇ ਕੋਲ ਹੈ ਤਾਂ ਫਿਰ ਤਾਂ ਤੁਸੀਂ ਬਾਦਸ਼ਾਹ ਹੁੰਦੇ ਹੋ। ਤੇ ਜੇ ਉੱਤੋਂ ਤੁਹਾਡੇ ਕੋਲ ਵਰਕ ਫੋਰਸ ਇੰਨੀ ਹੈ ਜੀ, ਔਰ ਉੱਤੋਂ ਉਹ ਸਾਰੀ ਯੂਥ ਹੈ, ਜ਼ਿਆਦਾਤਰ ਨੌਜਵਾਨਾਂ ਦਾ ਦੇਸ਼ ਕਿਹਾ ਜਾਂਦਾ, ਤਾਂ ਫਿਰ ਤਾਂ ਬਈ ਸੋਨੇ ਤੇ ਸੁਹਾਗਾ। ਤਾਂ ਖੈਰ ਅੰਦਾਜ਼ੇ ਲੱਗ ਰਹੇ ਨੇ ਇੰਡੀਆ ਬਾਰੇ ਕਿ ਆਉਣ ਵਾਲਾ ਸਮਾਂ, ਉਹ ਜਿਵੇਂ ਕਹਿੰਦੇ ਨਾ ਆਉਣ ਵਾਲਾ ਟਾਈਮ ਤੇਰੇ ਬਾਈ ਦਾ, ਤਾਂ ਉਦਾਂ ਹੀ ਕਹਿੰਦੇ ਕਿ ਆਉਣ ਵਾਲਾ ਸਮਾਂ ਜਿਹੜਾ ਉਹ ਇੰਡੀਆ ਦਾ ਹੈ। ਤਾਂ ਵਸੋਂ ਦੇ ਹਿਸਾਬ ਨਾਲ ਚਾਈਨਾ 'ਚ ਪਹਿਲੀ ਵਾਰੀ ਹੋਇਆ 3-4 ਦਹਾਕਿਆਂ ਦੇ ਦੌਰਾਨ ਕਿ ਇਹਨਾਂ ਦੀ ਵਸੋਂ 28 ਲੱਖ ਦੇ ਕਰੀਬ ਘਟ ਗਈ। ਇਹ ਪਹਿਲੀ ਵਾਰੀ ਹੋਇਆ। ਔਰ ਪਹਿਲੀ ਵਾਰੀ ਨਾਲ ਇਹ ਹੋਇਆ ਕਿ 4 ਦਹਾਕਿਆਂ ਦੇ ਵਿੱਚ ਕਿ ਇਹਨਾਂ ਦੀ ਗਰੋਥ ਰੇਟ ਜਿਹੜੀ ਹੈ ਉਹ ਤੁਸੀਂ ਦੇਖੋਗੇ 2.5-3 ਦੇ ਆਸ-ਪਾਸ ਸਿਮਟ ਗਈ ਜੀ।
ਤਾਂ ਇੰਡੀਆ ਕੋਲ ਓਪਰਚੁਨਿਟੀ ਵੀ ਹੈ ਕਿ ਤੁਸੀਂ ਚਾਈਨਾ ਨੂੰ ਰਿਪਲੇਸ ਕਰੋ, ਪਰ ਉਹ ਬਹੁਤ ਦੂਰ ਦੀ ਗੱਲ ਹੈ, ਉਹ ਬਹੁਤ ਦੂਰ ਦੀ ਗੱਲ ਹੈ। ਪਰ ਹਾਲ ਦੀ ਘੜੀ ਜੇ ਅੱਛੀਆਂ ਨੀਤੀਆਂ ਲੈ ਕੇ ਚੱਲਣ, ਅੱਛੀ ਲੀਡਰਸ਼ਿਪ, ਅੱਛਾ ਮਤਲਬ ਕਿ ਮਾਹੌਲ ਸਿਰਜੇ, ਜੋੜ ਕੇ ਰੱਖੇ ਸਾਰੇ ਭਾਈਚਾਰਿਆਂ ਨੂੰ, ਸਾਰੀਆਂ ਕੌਮਾਂ ਨੂੰ, ਕੋਈ ਇਸ ਤਰ੍ਹਾਂ ਆਪਸ ਦੇ ਵਿੱਚ ਕੋਈ ਕਲੇਸ਼ ਨਾ ਹੋਵੇ, ਤਾਂ ਮੇਰੇ ਖਿਆਲ ਦੇ ਨਾਲ ਬਿਹਤਰ ਹੈ, ਮੌਕਾ ਬਿਹਤਰ ਹੈ ਜੀ। ਤੇ ਮਿੰਟੂ ਜੀ, ਹਾਕੀ ਵਰਲਡ ਕੱਪ ਵੱਲੋਂ ਅੱਜ ਕੀ ਅਪਡੇਟ ਹੈ ਜੀ? ਹਾਂਜੀ, ਅੱਜ ਮੈਚ ਕਾਫੀ ਵਧੀਆ ਰਹੇ ਨੇ, ਪਰ ਕੁਝ ਮੈਚ ਇੱਕ ਪਾਸੜ ਸੀਗੇ। ਤਾਂ ਜੇ ਆਪਾਂ ਰਿਜ਼ਲਟਾਂ ਦੀ ਗੱਲ ਕਰੀਏ, ਅਖੀਰ ਦੇ ਵਿੱਚ ਨਤੀਜੇ ਮਾਇਨੇ ਰੱਖਦੇ ਆ। ਆਸਟ੍ਰੇਲੀਆ ਨੇ 9-2 ਨਾਲ ਦਰੜ ਦਿੱਤਾ ਸਾਊਥ ਅਫਰੀਕਾ ਨੂੰ। ਸਾਊਥ ਅਫਰੀਕਾ ਦੇ ਵਿੱਚ ਹਾਕੀ ਕਾਫੀ ਖੇਡੀ ਜਾਂਦੀ ਹੈ। ਜੌਂਟੀ ਰੋਡਸ ਵੀ ਕਿਸੇ ਟਾਈਮ ਤੇ ਕਿ ਹਾਕੀ ਦਾ ਪਲੇਅਰ ਹੋਇਆ ਜੀ ਯੈਸ ਜੀ ਜੀ। ਔਰ ਇਸ ਤੋਂ ਇਲਾਵਾ ਫਰਾਂਸ ਤੇ ਅਰਜਨਟਾਈਨਾ, ਇਹ ਬੜਾ ਮੈਚ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਦਿਲਾਂ ਦੀਆਂ ਧੜਕਣਾਂ ਰੋਕ ਦੇਣ ਵਾਲਾ ਸੀ। ਫਰਾਂਸ ਨੇ ਅਰਜਨਟਾਈਨਾ ਨੂੰ ਜਿਹੜਾ ਮੁਕਾਬਲਾ ਦਿੱਤਾ, ਉਹ 5-5 ਦੇ ਨਾਲ ਬਰੋਬਰ ਤੇ ਛੁੱਟੇ ਨੇ ਇਹ। ਇਸ ਤੋਂ ਇਲਾਵਾ ਬੈਲਜੀਅਮ ਜਿਹੜੀ ਕਿ ਬਹੁਤ ਤਗੜੀ ਟੀਮ ਆ, ਉਹਨੇ 7-1 ਦੇ ਨਾਲ ਜਾਪਾਨ ਦਰੜ ਕੇ ਰੱਖ ਦਿੱਤਾ। ਤੇ ਕੋਰੀਆ ਜਿਹਨੇ ਥੋੜੀ ਫਾਈਟ ਦਿੱਤੀ ਸ਼ੁਰੂ ਦੇ ਵਿੱਚ, ਪਰ ਜਰਮਨ ਵਾਲੇ ਜਿਹੜੇ ਸੀਗੇ ਬਾਅਦ ਚ ਬੜੇ ਭਾਰੂ ਪਏ, 7-2 ਨਾਲ ਵਲੇਟ ਗਏ ਕੋਰੀਆ ਨੂੰ। ਇੱਧਰ ਜੇ ਤੁਸੀਂ ਦੇਖੋਗੇ ਆਸਟ੍ਰੇਲੀਆ ਤੇ ਬੈਲਜੀਅਮ ਹੁਣ ਜਿਹੜੇ ਆ ਉਹ ਟੌਪ ਕਰਕੇ ਸਿੱਧੇ ਕੁਆਟਰ ਫਾਈਨਲ ਦੇ ਵਿੱਚ ਐਂਟਰੀ ਹਾਸਲ ਕਰ ਗਏ ਆ। ਦੂਸਰੇ ਪਾਸੇ ਅਰਜਨਟਾਈਨਾ, ਫਰਾਂਸ, ਜਰਮਨ, ਕੋਰੀਆ, ਜਿਵੇਂ ਸਪੇਨ ਤੇ ਇੰਡੀਆ ਫਸ ਗਏ ਕ੍ਰਾਸਓਵਰ ਦੇ ਚੱਕਰ 'ਚ, ਉਧਰੋਂ ਨਿਊਜ਼ੀਲੈਂਡ ਫਸਿਆ ਪਿਆ, ਤਾਂ ਇਹਨਾਂ ਦੇਸ਼ਾਂ ਦੇ ਨਾਲ ਹੁਣ ਕ੍ਰਾਸਓਵਰ ਦੇ ਮੈਚ ਖੇਡਣਗੇ ਜੀ। ਤੇ ਮਿੰਟੂ ਜੀ, ਅੱਜ ਦੀ ਖੁਸ਼ਨੁਮਾ ਖਬਰ ਕੀ ਆ? ਖੁਸ਼ਨੁਮਾ ਖਬਰ ਬਟਾਲੇ ਤੋਂ, ਜਿੱਥੇ ਇੱਕ ਗਰੀਬ ਘਰ ਦੀ ਕਹਾਣੀ ਸਾਹਮਣੇ ਆਈ ਹੈ ਕਿ ਇੱਕ ਰਕਸ਼ਾ ਚਾਲਕ ਸੀਗਾ, ਉਹਨੇ ਈ ਰਿਕਸ਼ਾ ਲੈਣਾ ਸੀਗਾ। ਤਾਂ ਜਦ ਪਹਿਲਾ ਰਿਕਸ਼ਾ ਜਿਹੜਾ ਸੀਗਾ ਉਹ ਚੱਲ ਰਿਹਾ ਸੀਗਾ ਤਾਂ ਉਹ ਕਿਸ਼ਤਾਂ ਵਾਲਾ ਸੀਗਾ, ਦੂਜਾ ਲੈਣਾ ਸੀ ਨਾ ਕਿ ਥੋੜਾ ਕੰਮ ਵਧਾਈਏ, ਬਿਜ਼ਨਸ ਥੋੜਾ ਵਧਾਈਏ, ਹਰੇਕ ਬੰਦੇ ਨੂੰ ਹੁੰਦੀ ਹੈ ਨਾ ਚਾਹਨਾ। ਤਾਂ ਫਿਰ ਸਮੱਸਿਆ ਆ ਗਈ ਕਿ 10,000 ਕਿਸ਼ਤ ਜਾਏਗੀ ਤੇ 10,000 ਡਰਾਈਵਰ ਨੇ ਮੰਗ ਲਿਆ। ਤਾਂ ਫਿਰ ਦੋਵਾਂ ਜੀਆਂ ਨੇ ਸਲਾਹ ਕੀਤੀ, ਤਾਂ ਫਿਰ ਜਿਹੜੀ ਉਸ ਸ਼ੌਹਰ ਦੀ ਬੀਵੀ ਸੀ ਉਹ ਕਹਿੰਦੀ ਕਿ ਮੈਂ ਕਿਸ ਕੰਮ ਚੱਲ। ਤਾਂ 2 ਦਿਨ ਕਹਿੰਦੇ ਸਿਖਲਾਈ ਪ੍ਰਾਪਤ ਕੀਤੀ, ਹੁਣ ਬੀਬੀ ਈ ਰਿਕਸ਼ਾ ਚਲਾਉਂਦੀ ਆ। ਦੋਨਾਂ ਨੇ ਇਹ ਹੱਲ ਕੱਢਿਆ ਕਿ ਜਿਹੜਾ 10,000 ਰੁਪਇਆ ਤਨਖਾਹ 'ਚ ਜਾਣਾ ਸੀਗਾ ਉਹ ਘਰ 'ਚ ਬਚਾਇਆ, ਘਰ ਵਧੀਆ ਚਲਾਇਆ। ਤੇ ਇੱਕ ਮਿਸਾਲ ਪੇਸ਼ ਕੀਤੀ ਹੈ ਕਿ ਬਈ ਅਸੀਂ ਕਈ ਵਾਰ ਝਿਜਕਦੇ ਹੀ ਕਿ ਸਮਾਜ ਆ ਕਹੇਗਾ, ਅਸੀਂ ਆਪਣਾ ਨੁਕਸਾਨ ਕਰਾ ਲੈਂਦੇ ਹਾਂ। ਉਸ ਬੀਬੀ ਨੇ ਬੜੀ ਸੋਹਣੀ ਮਿਸਾਲ ਦਿੱਤੀ, ਮੈਂ ਸੁਣ ਰਿਹਾ ਸੀ। ਉਹ ਕਹਿੰਦੇ ਕਿ ਅਸੀਂ ਜਦੋਂ ਬਾਹਰਲੇ ਦੇਸ਼ਾਂ ਵਾਲੀਆਂ ਔਰਤਾਂ ਨੂੰ ਦੇਖਦੇ ਹਾਂ ਜਾਂ ਬਾਹਰਲੀਆਂ ਪ੍ਰਦੇਸ਼ਾਂ ਵਾਲੀਆਂ ਔਰਤਾਂ ਨੂੰ ਦੇਖਦੇ ਹਾਂ, ਤਾਂ ਉਹ ਤਾਂ ਦਫ਼ਤਰ ਵੀ ਖੋਲਦੀਆਂ ਨੇ, ਕੰਪਨੀਆਂ ਵੀ ਖੋਲਦੀਆਂ ਨੇ, ਸਾਰਾ ਕੁਝ ਕਰਦੀਆਂ। ਕਿ ਅਸੀਂ ਆਪਣੇ ਘਰ ਵਾਲੇ ਦਾ ਬੋਝ ਨਹੀਂ ਵਧਾ ਸਕਦੇ? ਐਡੀ ਵੱਡੀ ਗੱਲ ਹੈ ਜੀ, ਕੀ ਬਾਤ ਹੈ।